ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਤਾਬ 10 ਪਾਤਸ਼ਾਹੀਆਂ ਜੀਵਨ ਕਾਰਜ ਤੇ ਉਪਦੇਸ਼ ਭਾਗ 7ਵਾਂ। ਗੁਰੂ ਜੀ ਵੱਲੋਂ ਕੀਤੇ ਵਿਸ਼ੇਸ਼ ਕਾਰਜ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿਸ਼ਨ ਨੂੰ ਜਾਰੀ ਰੱਖਦਿਆਂ ਗੁਰੂ ਜੀ ਨੇ ਬਹੁਤ ਕੰਮ ਕੀਤੇ, ਜਿਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਕੰਮ ਇਸ ਪ੍ਰਕਾਰ ਹਨ। ਪਹਿਲਾ, ਗੁਰਮੁਖੀ ਲਿਪੀ। ਗੁਰਮੁਖੀ ਲਿਪੀ ਦੀ 35 ਨੂੰ ਸੋਚ ਸਵਾਰ ਕੇ 5 ਅੱਖਰਾਂ ਦੀ ਵਿਗਿਆਨਕ ਲਿਪੀ ਤਿਆਰ ਕੀਤੀ। ਦੂਜਾ, ਵਿਦਿਆਰਥੀਆਂ ਲਈ ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਬਾਲ ਬੋਧ ਬਾਲ ਉਪਦੇਸ਼ ਵੀ ਤਿਆਰ ਕੀਤੇ। ਗੁਰਮੁਖੀ ਦੇ ਸੁਧਾਰ ਪ੍ਰਚਾਰ ਲਈ ਖਡੂਰ ਸਾਹਿਬ ਵਿੱਚ ਇੱਕ ਵਿਸ਼ਾਲ ਪਾਠਸ਼ਾਲਾ ਦੀ ਸਥਾਪਨਾ ਕੀਤੀ। ਬੱਚਿਆਂ ਅਤੇ ਬਾਲਗਾਂ ਨੂੰ ਗੁਰੂ ਜੀ ਆਪ ਵੀ ਪੜ੍ਹਾਇਆ ਕਰਦੇ ਸਨ। ਤੀਜਾ, ਗੁਰਬਾਣੀ ਦੀ ਸੰਭਾਲ। ਗੁਰੂ ਨਾਨਕ ਦੇਵ ਜੀ ਵੱਲੋਂ ਇਕੱਤਰ ਕੀਤੀ ਬਾਣੀ ਅਤੇ ਉਹਨਾਂ ਦੁਆਰਾ ਆਪ ਰਚੀ ਬਾਣੀ ਨੂੰ ਭਾਈ ਪੈੜੇ ਮੋਖੇ ਪਾਸੋਂ ਲਿਖਵਾਇਆ ਤੇ ਸੰਭਾਲਿਆ। ਇਸ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਕੇ ਸਿੱਖਾਂ ਨੂੰ ਬਾਬਾ ਸ਼੍ਰੀ ਚੰਦ ਦੇ ਉਦਾਸੀ ਮਤ ਦੇ ਪ੍ਰਭਾਵ ਤੋਂ ਬਚਾਇਆ। ਬਾਬਾ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਪੁੱਤਰ ਹੋਣ ਕਰਕੇ ਇਹ ਸੁਭਾਵਕ ਹੀ ਸੀ ਕਿ ਸਿੱਖ ਉਹਨਾਂ ਵੱਲ ਵੀ ਖਿੱਚੇ ਜਾਂਦੇ। ਚੌਥਾ, ਇਤਿਹਾਸ ਦੀ ਸੰਭਾਲ। ਗੁਰੂ ਨਾਨਕ ਦੇਵ ਜੀ ਸੰਬੰਧੀ ਜੀਵਨ ਸਮਾਚਾਰ ਇਕੱਠੇ ਕੀਤੇ। ਤਲਵੰਡੀ ਤੋਂ ਭਾਈ ਲਾਲੋ ਜੀ ਗੁਰੂ ਜੀ ਦੇ ਚਾਚਾ ਜੀ ਪਾਸੋਂ ਅਤੇ ਹੋਰ ਜੋ ਆਪ ਜੀ ਨੂੰ ਪੁਰਾਣੇ ਸਿੱਖ ਖਡੂਰ ਸਾਹਿਬ ਵਿਖੇ ਮਿਲਣ ਆਉਂਦੇ, ਉਹਨਾਂ ਪਾਸੋਂ ਅਤੇ ਗੁਰੂ ਨਾਨਕ ਸਾਹਿਬ ਦੇ ਸਫ਼ਰਾਂ ਦੇ ਸਾਥੀ ਭਾਈ ਬਾਲੇ ਪਾਸੋਂ ਸਾਖੀਆਂ ਸੁਣੀਆਂ। ਫਿਰ ਇਸ ਸਾਰੀ ਸਮੱਗਰੀ ਨੂੰ ਤਰਤੀਬ ਦੇ ਕੇ ਭਾਈ ਪੈੜੇ ਮੋਖੇ ਪਾਸੋਂ ਲਿਖਵਾਇਆ, ਜਿਸ ਦਾ ਵਿਗੜਿਆ ਹੋਇਆ ਰੂਪ ਇਸ ਵੇਲੇ ਭਾਈ ਬਾਲੇ ਵਾਲੀ ਜਨਮ ਸਾਖੀ ਹੈ। ਪੰਜਵਾਂ, ਜਪਜੀ ਸਾਹਿਬ ਦੀ ਸੰਪਾਦਨਾ। ਗੁਰੂ ਨਾਨਕ ਸਾਹਿਬ ਦੀ ਅਗਵਾਈ ਵਿੱਚ ਆਪ ਜੀ ਨੇ ਉਹਨਾਂ ਦੀ ਸ਼ਾਹਕਾਰ ਰਚਨਾ ਜਪਜੀ ਸਾਹਿਬ ਦੀ ਦਾ ਸੰਪਾਦਨ ਕੀਤਾ। ਛੇਵਾਂ, ਲੰਗਰ। ਲੰਗਰ ਜੋ ਗੁਰੂ ਨਾਨਕ ਸਾਹਿਬ ਨੇ ਘਰੋਂ 20 ਰੁਪਏ ਲੈ ਕੇ ਸੱਚੇ ਸੌਦੇ ਦੇ ਰੂਪ ਵਿੱਚ ਆਰੰਭ ਕੀਤਾ ਸੀ ਅਤੇ ਕਰਤਾਰਪੁਰ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਲਗਾਤਾਰ ਚਲਾਇਆ ਸੀ, ਨੂੰ ਪ੍ਰਮੁਖਤਾ ਦਿੱਤੀ ਅਤੇ ਦਿਨ ਰਾਤ ਚਲਾਇਆ। ਸਭ ਨੂੰ ਪੰਗਤ ਵਿੱਚ ਬਹਿ ਕੇ ਖਾਣਾ ਪੈਂਦਾ, ਜਿਸ ਨਾਲ ਵੱਡੇ ਛੋਟੇ ਊਚ ਨੀਚ ਜਾਤ ਪਾਤ ਦਾ ਭੇਦ ਭਾਵ ਖਤਮ ਕਰਨ ਵਿੱਚ ਸਹਾਇਤਾ ਮਿਲੀ। ਮਾਤਾ ਖੀਵੀ ਜੀ ਆਪ ਲੰਗਰ ਦਾ ਪ੍ਰਬੰਧ ਕਰਦੇ ਸਨ ਅਤੇ ਘਿਆਲੀ ਖੀਰ ਸਮੇਤ ਕਈ ਕਿਸਮ ਦੇ ਮਿਸ਼ਠਾਨ ਵੀ ਬਣਾਉਂਦੇ ਸਨ। ਭਾਈ ਜੋਧ ਜੀ ਅਤੇ ਭਾਈ ਕੇਦਾਰਾ ਜੀ ਵੀ ਲੰਗਰ ਦੀ ਸੇਵਾ ਐਸੇ ਸਿਦਕ ਅਤੇ ਨੇਕ ਨੀਤ ਨਾਲ ਕਰਦੇ ਕਿ ਕਦੀ ਕਿਸੇ ਚੀਜ਼ ਦੀ ਥੋੜ ਨਾ ਆਉਂਦੀ। ਮਾਤਾ ਜੀ ਇੱਕੋ ਇੱਕ ਗੁਰਪਤਨੀ ਹਨ, ਜਿਨ੍ਹਾਂ ਦੀ ਉਪਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ। ਸਤਵਾਂ, ਸਰੀਰਕ ਸ਼ਕਤੀ ਲਈ ਕਸਰਤ। ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਵਿਉਂਤੀ ਲਹਿਰ, ਜਿਸ ਵਿੱਚ ਜ਼ਾਲਮ ਵਿਦੇਸ਼ੀ ਹਕੂਮਤ ਤੋਂ ਛੁਟਕਾਰਾ ਪਾਉਣ ਅਤੇ ਦੇਸ਼ ਵਾਸੀ ਬ੍ਰਾਹਮਣ ਮੌਲਾਣਿਆਂ ਦੁਆਰਾ ਅਖੌਤੀ ਨੀਵੀਆਂ ਜਾਤਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਤੋਂ ਮੁਕਤੀ ਪਾਉਣ ਲਈ ਆਮ ਜਨਤਾ ਨੂੰ ਜਾਗਰੂਕ ਕਰਨਾ ਸ਼ਾਮਲ ਸੀ, ਨੂੰ ਜਾਰੀ ਰੱਖਣ ਅਤੇ ਸਿਰੇ ਚੜ੍ਹਾਉਣ ਲਈ ਗੁਰੂ ਜੀ ਲੋਕਾਂ ਨੂੰ ਸਰੀਰਕ ਸ਼ਕਤੀ ਪ੍ਰਾਪਤ ਕਰਨ ਲਈ ਵੀ ਉਤਸ਼ਾਹਿਤ ਕਰਦੇ ਸਨ। ਉਹ ਜਾਣਦੇ ਸਨ ਕਿ ਕਿਸੇ ਲਹਿਰ ਜਾਂ ਸੋਚ ਨੂੰ ਨੇਪਰੇ ਚਾੜ੍ਹਨ ਲਈ ਜਿੱਥੇ ਲੋਕਾਂ ਨੂੰ ਜਾਗਰਿਤ ਅਤੇ ਸੰਗਠਿਤ ਕਰਨਾ ਜ਼ਰੂਰੀ ਹੈ, ਉੱਥੇ ਉਹਨਾਂ ਦਾ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਹੋਣਾ ਵੀ ਕੋਈ ਘੱਟ ਜ਼ਰੂਰੀ ਨਹੀਂ। ਉਹ ਆਪਣੀ ਦੇਖ ਰੇਖ ਵਿੱਚ
ਕਸਰਤ ਅਤੇ ਕੁਸ਼ਤੀਆਂ ਕਰਾਉਂਦੇ ਅਤੇ ਲੋਕਾਂ ਨੂੰ ਨਿਰਭੈ ਅਤੇ ਦ੍ਰਿੜ ਬਣਨ ਦਾ ਵੀ ਉਪਦੇਸ਼ ਦਿੰਦੇ ਸਨ। 8ਵਾਂ ਨਿਤਨੇਮ ਪ੍ਰਤੀ ਮਰਿਆਦਾ। ਜਿਵੇਂ ਕਰਤਾਰਪੁਰ ਵਿਖੇ ਰੋਜ਼ ਦਾ ਨਿਤਨੇਮ ਚੱਲਦਾ ਸੀ ਅਤੇ ਜਿਸ ਬਾਰੇ ਲਿਖਤੀ ਰੂਪ ਵਿੱਚ ਅਜੇ ਤੱਕ ਕੁਝ ਨਹੀਂ ਸੀ ਕੀਤਾ ਗਿਆ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਉਹੀ ਮਰਿਆਦਾ ਕਾਇਮ ਕੀਤੀ ਅਤੇ ਉਸ ਨੂੰ ਲਿਖਤੀ ਰੂਪ ਦਿੱਤਾ। ਉੱਤਰਾਧਿਕਾਰੀਆਂ ਦੀ ਚੋਣ ਤੇ ਸੱਚਖੰਡ ਵਾਪਸੀ। ਗੁਰੂ ਨਾਨਕ ਦੇਵ ਜੀ ਵਾਂਗ ਹੀ ਪੁੱਤਰ ਮੋਹ ਤੋਂ ਉੱਪਰ ਉੱਠ ਕੇ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ, ਜਿਨ੍ਹਾਂ ਨੇ ਸਿੱਖੀ ਨੂੰ ਬਹੁਤ ਪ੍ਰਫੁੱਲਤ ਕੀਤਾ। ਇਸੇ ਕਰਕੇ ਹੀ ਸ੍ਰੀ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਆਖਿਆ ਜਾਂਦਾ ਹੈ। ਅੰਤ ਮਿਤੀ 3 ਵਿਸਾਖ 1609 ਬਿਕਰਮੀ 29 ਮਾਰਚ 1552 ਈਸਵੀ ਨੂੰ ਆਪਣਾ ਅੰਤ ਸਮਾਂ ਆਇਆ ਜਾਣ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਅੱਗੇ 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾਇਆ। ਫਿਰ ਉਸੇ ਦਿਨ ਹੀ ਆਪ ਸੱਚਖੰਡ ਪਿਆਨਾ ਕਰ ਗਏ। ਸਮਕਾਲੀਨ ਹੁਕਮਰਾਨ ਹੁਮਾਯੂੰ 1530 ਤੋਂ 1540 ਈਸਵੀ ਤੱਕ, ਸ਼ੇਰਸ਼ਾਹ ਸੂਰੀ 1540 ਈਸਵੀ ਤੋਂ 1545 ਈਸਵੀ ਤੱਕ, ਇਸਲਾਮ ਸਾਹਿਬ 1545 ਈਸਵੀ ਤੋਂ 1553 ਈਸਵੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਧਿਆਇ 3। ਸ੍ਰੀ ਗੁਰੂ ਅਮਰਦਾਸ ਜੀ। ਆਮ ਜਾਣਕਾਰੀ। ਮਾਤਾ ਸ੍ਰੀ ਸੁਲੱਖਣੀ ਜੀ ਲక్ష్ਮੀ ਜੀ। ਪਿਤਾ ਸ੍ਰੀ ਤੇਜਭਾਨ ਜੀ। ਜਨਮ ਤਿਥੀ 5 ਤਰੀਕ 5ਵਾਂ ਮਹੀਨਾ 1479 ਈਸਵੀ, 10 ਜੇਠ 1536 ਬਿਕਰਮੀ। ਜਨਮ ਸਥਾਨ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ। ਪਤਨੀ ਸ਼੍ਰੀ ਮਨਸਾ ਦੇਵੀ ਜੀ ਰਾਮੋ ਜੀ। ਸੰਤਾਨ ਮੋਹਨ ਜੀ, ਮੋਹਰੀ ਜੀ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ। ਗੁਰਗੱਦੀ ਦੀ ਬਖਸ਼ਿਸ਼ 29 ਤਰੀਕ 3 ਮਹੀਨਾ 1552 ਈਸਵੀ, 3 ਵਿਸਾਖ 1609 ਬਿਕਰਮੀ। ਗੁਰਬਾਣੀ ਰਚਨਾ ਆਨੰਦ ਸਾਹਿਬ 17 ਵਾਰਾਂ ਆਦਿ ਵਿੱਚ 907 ਸ਼ਬਦ, ਸ਼ਲੋਕ ਅਤੇ ਛੰਤ। ਜੋਤੀ ਜੋਤ 1 ਤਰੀਕ 9ਵੇਂ ਮਹੀਨੇ 1574 ਈਸਵੀ। ਅੱਸੂ ਪੂਰਨਮਾਸ਼ੀ 1631 ਬਿਕਰਮੀ। ਕੁੱਲ ਉਮਰ 95 ਸਾਲ 3 ਮਹੀਨੇ 27 ਦਿਨ। ਸਮਕਾਲੀਨ ਹੁਕਮਰਾਨ ਇਸਲਾਮ ਸ਼ਾਹ ਅਕਬਰ। ਜਨਮ ਸਥਾਨ ਤੇ ਬਚਨ। ਗੁਰੂ ਜੀ ਦਾ ਜਨਮ ਪਿੰਡ ਬਾਸਰਕੇ, ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਿਤੀ 5 ਮਈ 1479 ਈਸਵੀ ਨੂੰ ਤੇਜਭਾਨ ਜੀ ਦੇ ਘਰ ਮਾਤਾ ਲక్ష్ਮੀ ਜੀ ਦੀ ਕੁੱਖੋਂ ਹੋਇਆ। ਇਹਨਾਂ ਦੇ ਪਿਤਾ ਖੇਤੀਬਾੜੀ ਅਤੇ ਦੁਕਾਨਦਾਰੀ ਕਰਦੇ ਸਨ। ਉਹਨਾਂ ਦੇ ਮਾਪੇ ਬੜੇ ਉੱਚੇ ਖਿਆਲਾਂ ਵਾਲੇ ਸਨ। ਉਹ ਵੈਸ਼ਨੋ ਧਰਮ ਨੂੰ ਮੰਨਦੇ ਸਨ। ਉਹਨਾਂ ਦਾ ਸਭ ਲੋਕਾਂ ਨਾਲ ਵਰਤੋਂ ਵਿਹਾਰ ਬਹੁਤ ਖਰਾ ਸੀ। ਬਰਾਦਰੀ ਭਾਈਚਾਰੇ ਵਿੱਚ ਚੰਗਾ ਮਾਣ ਸਤਿਕਾਰ ਸੀ। ਜਵਾਨ ਹੋ ਕੇ ਉਹਨਾਂ ਅਤੇ ਉਹਨਾਂ ਦੇ ਭਰਾਵਾਂ ਨੇ ਪਿਤਾ ਵਾਲਾ ਸਾਰਾ ਕਾਰੋਬਾਰ ਸੰਭਾਲ ਲਿਆ। ਵਿਆਹ ਅਤੇ ਸੰਤਾਨ। ਉਹਨਾਂ ਦਾ ਵਿਆਹ 11 ਮਾਘ 1559 ਬਿਕਰਮੀ 27 ਨਵੰਬਰ 1502 ਈਸਵੀ ਨੂੰ ਸ਼੍ਰੀ ਦੇਵੀ ਚੰਦ ਬਹਿਲ ਖੱਤਰੀ ਜੀ ਦੀ ਸੁਪੁੱਤਰੀ ਸ਼੍ਰੀ ਮਨਸਾ ਦੇਵੀ ਜੀ ਨਾਲ ਹੋਇਆ। ਉਹਨਾਂ ਦੇ ਘਰ 2 ਪੁੱਤਰ ਅਤੇ 2 ਧੀਆਂ ਪੈਦਾ ਹੋਏ। ਤੀਰਥ ਯਾਤਰਾ ਅਤੇ
ਗੁਰੂ ਦੀ ਤਾਂਘ। ਪਹਿਲਾ, ਉਹ ਪਿਤਾ ਵਾਂਗ ਧਾਰਮਿਕ ਰੁਚੀ ਰੱਖਦੇ ਅਤੇ ਵੈਸ਼ਨੋ ਧਰਮ ਦੇ ਉਪਾਸਕ ਸਨ। ਉਹ ਧਰਮ ਦੀ ਕਿਰਤ, ਪੂਜਾ ਪਾਠ ਅਤੇ ਸੇਵਾ ਕਰਨ ਵਾਲੇ ਸੁਹਿਰਦ ਸਨ। ਹਰ ਸਾਲ ਗੰਗਾ ਦੀ ਯਾਤਰਾ ਕਰਨ ਜਾਂਦੇ ਹੁੰਦੇ ਸਨ। ਉਹਨਾਂ ਬਾਸਰਕੇ ਵਿੱਚ ਪਾਣੀ ਦੀ ਥੋੜ ਵੇਖ ਇੱਕ ਖੂਹ ਲਵਾਇਆ ਅਤੇ ਇੱਕ ਤਲਾਬ ਵੀ ਬਣਵਾਇਆ। ਇੱਕ ਵਾਰ ਲਗਭਗ 20ਵੀਂ ਯਾਤਰਾ ਤੋਂ ਮੁੜਦਿਆਂ ਸੰਨ 1544 ਈਸਵੀ ਵਿੱਚ ਆਪ ਨੂੰ ਇੱਕ ਬ੍ਰਹਮਚਾਰੀ ਸਾਧੂ ਮਿਲਿਆ, ਜਿਸ ਨੂੰ ਉਹ ਬਾਸਰ ਕੇ ਲੈ ਆਏ। ਇੱਕ ਦਿਨ ਉਸਨੇ ਆਪ ਜੀ ਨੂੰ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਆਪ ਜੀ ਨੇ ਉੱਤਰ ਦਿੱਤਾ, ਮੈਂ ਤਾਂ ਅਜੇ ਤੱਕ ਕੋਈ ਗੁਰੂ ਨਹੀਂ ਧਾਰਿਆ। ਬ੍ਰਹਮਚਾਰੀ ਕ੍ਰੋਧ 'ਚ ਆ ਕੇ ਕਹਿਣ ਲੱਗਾ, ਨਿਗੁਰੇ ਦਾ ਤਾਂ ਦਰਸ਼ਨ ਹੀ ਮਾੜਾ ਹੁੰਦਾ ਹੈ। ਮੈਂ ਤਾਂ ਤੁਹਾਡੇ ਹੱਥ ਦੀ ਪੱਕੀ ਰੋਟੀ ਖਾਂਦਾ ਰਿਹਾ ਹਾਂ ਅਤੇ 1 ਮਹੀਨੇ ਤੋਂ ਤੁਹਾਡਾ ਸੰਗ ਕੀਤਾ ਹੈ। ਮੇਰਾ ਸਾਰਾ ਜਪ ਤਪ, ਪੂਜਾ ਪਾਠ ਵਿਅਰਥ ਹੋ ਗਿਆ। ਹੁਣ ਮੈਨੂੰ ਇਸ ਪਾਪ ਨੂੰ ਧੋਣਾ ਪਵੇਗਾ। ਦੂਜਾ, ਬ੍ਰਹਮਚਾਰੀ ਤਾਂ ਚੱਲਦਾ ਬਣਿਆ, ਪਰ ਆਪ ਜੀ ਦੇ ਮਨ ਤੇ ਡੂੰਘੀ ਛਾਪ ਛੱਡ ਗਿਆ ਅਤੇ ਕੋਈ ਜੋਗ ਗੁਰੂ ਧਾਰਨ ਦੀ ਤਾਂਘ ਵੀ ਆਪ ਬਹੁਤ ਉਦਾਸ ਰਹਿਣ ਲੱਗੇ। ਇੱਕ ਦਿਨ ਅੰਮ੍ਰਿਤ ਵੇਲੇ ਉਹਨਾਂ ਨੂੰ ਆਪਣੇ ਛੋਟੇ ਭਰਾ ਦੇ ਘਰੋਂ ਮਿੱਠੀ ਆਵਾਜ਼ ਵਿੱਚ ਇਹ ਸ਼ਬਦ ਕੰਨੀ ਪਿਆ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉ ਜਿਉ ਕਿਰਤ ਚਲਾਏ, ਤਿਉ ਚਲੀਐ ਤਉ ਗੁਣ ਨਾਹੀ ਅੰਮ੍ਰਿਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਅਰਥਾਤ ਸਾਡਾ ਆਚਰਣ ਕਾਗਜ਼ ਹੈ ਅਤੇ ਦਵਾਤ ਮਨ ਹੈ। ਬੁਰਾ ਅਤੇ ਭਲਾ 2 ਕਿਸਮ ਦੇ ਲੇਖ ਲਿਖੇ ਜਾਂਦੇ ਹਨ। ਇਹ ਲੇਖ ਸਾਡੀ ਕਿਰਤ ਸੁਭਾਵ ਬਣ ਜਾਂਦਾ ਹੈ, ਜੋ ਸੰਸਕਾਰਾਂ ਦੇ ਰੂਪ ਵਿੱਚ ਪੱਕ ਕੇ ਸਾਨੂੰ ਕਰਮਾਂ ਵੱਲ ਤੋਰਦਾ ਹੈ। ਕਰਮਾਂ ਦੇ ਅਸਰ ਨੂੰ ਖਤਮ ਕਰਨ ਲਈ ਗੁਣ ਭਰਨ ਦੀ ਲੋੜ ਹੈ। ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਹੇ ਪਾਗਲ ਮਨ, ਉਸ ਨੂੰ ਯਾਦ ਕਿਉਂ ਨਹੀਂ ਕਰਦਾ? ਉਸ ਨੂੰ ਵਿਸਾਰਨ ਨਾਲ ਤੇਰੇ ਗੁਣ ਨਸ਼ਟ ਹੋ ਰਹੇ ਹਨ। ਇਹ ਸ਼ਬਦ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਅਤੇ ਸ਼੍ਰੀ ਅਮਰਦਾਸ ਜੀ ਦੇ ਭਤੀਜੇ ਜੱਸੂ ਜੀ ਦੀ ਪਤਨੀ ਪੜ੍ਹ ਰਹੀ ਸੀ। ਦਿਨ ਚੜ੍ਹੇ ਉਹਨਾਂ ਇਸ ਬੀਬੀ ਨੂੰ ਪੁੱਛਿਆ, ਬੱਚੀ, ਜਿਸ ਦਾ ਤੁਸੀਂ ਪਾਠ ਕਰਦੇ ਹੋ, ਉਹ ਕਿਸ ਮਹਾਂਪੁਰਖ ਦੀ ਬਾਣੀ ਹੈ ਅਤੇ ਉਹ ਕਿੱਥੇ ਰਹਿੰਦੇ ਹਨ? ਬੀਬੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਜਿਨ੍ਹਾਂ ਦੀ ਗੱਦੀ ਉੱਤੇ ਉਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ, ਜੋ ਖੰਡੂਰ ਰਹਿੰਦੇ ਹਨ। ਇਹ ਗੱਲ ਸੁਣ ਕੇ ਉਹ ਬਹੁਤ ਪ੍ਰਸੰਨ ਹੋਏ ਅਤੇ ਬੀਬੀ ਅਮਰੋ ਨੂੰ ਨਾਲ ਲੈ ਕੇ ਖੰਡੂਰ ਸਾਹਿਬ ਜਾ ਪੁੱਜੇ। ਇਹ ਗੱਲ ਮੱਘਰ 1597 ਸੰਨ 1540 ਈਸਵੀ ਦੀ ਹੈ। ਆਪ ਜੀ ਉਸ ਵਕਤ 61 ਵਰ੍ਹਿਆਂ ਦੇ ਸਨ ਅਤੇ ਗੁਰੂ ਅੰਗਦ ਦੇਵ ਜੀ 36 ਦੇ। ਤੀਜਾ, ਗੁਰੂ ਅੰਗਦ ਦੇਵ ਜੀ ਨੇ ਕੁੜਮਾਂ ਵਾਲਾ ਆਦਰ ਦਿੱਤਾ, ਪਰ ਆਪ ਜੀ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਤੇ ਰੱਖ ਦਿੱਤਾ। ਆਪ ਨੂੰ ਬੜੀ ਸ਼ਾਂਤੀ ਮਹਿਸੂਸ ਹੋਈ। ਆਪ ਇੱਕ ਫੋੜੀ ਤੇ ਬੈਠ ਗਏ ਅਤੇ ਬੇਨਤੀ ਕੀਤੀ, ਜੀ, ਮੈਂ ਕੁੜਮ ਬਣ ਕੇ ਨਹੀਂ ਆਇਆ। ਮੈਂ ਤਾਂ ਭਿਖਾਰੀ ਹਾਂ, ਜਿਸ ਦਾ ਕੋਈ ਥਾਂ ਨਹੀਂ ਹੈ। ਮੈਨੂੰ ਆਪਣੇ ਚਰਨਾਂ ਦਾ ਆਸਰਾ ਬਖਸ਼ੋ। ਗੰਗਾ ਦੇ ਇਸ਼ਨਾਨ ਦਾ ਫਲ ਮੈਨੂੰ ਅੱਜ ਮਿਲਿਆ ਹੈ। ਗੁਰੂ ਜੀ ਨੇ ਆਖਿਆ, ਆਪਣੀ ਭਾਵਨਾ ਹੀ ਫਲਦੀ ਹੈ, ਆਪਣਾ ਮਨ ਹੀ ਦੇਵਤਾ ਹੈ।
इन्ने नूं सेवक सदन आ ਗਿਆ कि लंगर ਤਿਆਰ है। ਆਪ ਜੀ ਨੇ ਗੁਰੂ ਜੀ ਅਤੇ ਹੋਰ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਭੋਜਨ ਛਕਿਆ। ਘਾਲ ਕਮਾਈ। ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਮੰਨਣ ਦਾ ਸਿੱਖੀ ਦਾ ਵੱਡਾ ਨੇਮ ਕਮਾਇਆ ਸੀ, ਗੁਰੂ ਅਮਰਦਾਸ ਜੀ ਨੇ ਸੇਵਾ ਕਰਨ ਦਾ ਦੂਜਾ ਵੱਡਾ ਨੇਮ ਕਮਾਇਆ। ਆਪ ਅੰਮ੍ਰਿਤ ਵੇਲੇ ਉੱਠ ਕੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਅਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ। ਫਿਰ ਲੰਗਰ ਵਿੱਚ ਸਾਰਾ ਦਿਨ ਸੇਵਾ ਕਰਦੇ ਅਤੇ ਨਾਲ ਸਿਮਰਨ ਵੀ ਕਰਦੇ ਰਹਿੰਦੇ। ਸੰਮਤ 1505 ਵਿੱਚ ਇੱਕ ਦਿਨ ਨਿੱਤ ਦੀ ਤਰ੍ਹਾਂ ਪਾਣੀ ਦੀ ਗਾਗਰ ਲਿਆ ਰਹੇ ਸਨ। ਮੀਂਹ ਹਨੇਰੀ ਕਾਰਨ ਕੁਝ ਦਿਸਦਾ ਭਾਲਦਾ ਨਹੀਂ ਸੀ, ਜਿਸ ਕਾਰਨ ਠੇਡਾ ਲੱਗਣ ਨਾਲ ਆਪ ਇੱਕ ਚੁਲਾਹੇ ਦੀ ਖੱਡੀ ਵਿੱਚ ਡਿੱਗ ਪਏ, ਪਰ ਆਪ ਨੇ ਪਾਣੀ ਦੀ ਗਾਗਰ ਨਾ ਡੁੱਲਣ ਦਿੱਤੀ। ਖੜਾਕ ਸੁਣ ਕੇ ਜੁਲਾਹੇ ਨੇ ਆਖਿਆ, ਜਾਪਦਾ ਹੈ ਕੋਈ ਖੱਡੀ ਵਿੱਚ ਡਿੱਗ ਪਿਆ ਹੈ, ਪਤਾ ਨਹੀਂ ਕੌਣ ਹੈ। ਅੱਗੋਂ ਜੁਲਾਹੀ ਬੋਲੀ, ਹੋਣਾ ਏ ਅਮਰੂ ਨਿਥਾਵਾਂ, ਜਿਸਨੂੰ ਨਾ ਦਿਨੇ ਚੈਨ ਹੈ ਨਾ ਰਾਤ, ਰੋਟੀ ਖਾਤਰ ਗੁਰੂ ਦਾ ਪਾਣੀ ਭਰਦਾ ਰਹਿੰਦਾ ਹੈ। ਆਪ ਜੀ ਨੇ ਜੁਲਾਹੀ ਦੀ ਗੱਲ ਸੁਣ ਲਈ ਅਤੇ ਬੋਲੇ, ਕਮਲੀਏ, ਮੈਂ ਨਿਥਾਵਾਂ ਨਹੀਂ ਹਾਂ। ਜਿਸਨੂੰ ਗੁਰੂ ਦਾ ਟਿਕਾਣਾ ਮਿਲ ਗਿਆ ਉਹ ਨਿਥਾਵਾਂ ਕਿਵੇਂ ਹੋ ਸਕਦਾ ਹੈ। ਆਪ ਗੁਰੂ ਜੀ ਪਾਸ ਪਹੁੰਚੇ ਅਤੇ ਇਸ਼ਨਾਨ ਕਰਾਇਆ। ਗੁਰੂ ਜੀ ਨੇ ਵਾਪਰੀ ਘਟਨਾ ਬਾਰੇ ਪੁੱਛਿਆ ਤਾਂ ਆਪ ਜੀ ਨੇ ਕਿਹਾ, ਆਪ ਜੀ ਸਭ ਜਾਣਦੇ ਹੋ, ਮੈਂ ਕੀ ਦੱਸਾਂ। ਇੰਨੇ ਨੂੰ ਜੁਲਾਹੇ ਨੇ ਆਣ ਦੱਸਿਆ, ਮੇਰੀ ਜੁਲਾਹੀ ਤੋਂ ਵੱਡੀ ਭੁੱਲ ਹੋਈ ਹੈ ਅਤੇ ਉਹ ਉਦੋਂ ਦੀ ਹੀ ਕਮਲੀ ਹੋਈ ਫਿਰਦੀ ਹੈ, ਉਸਨੂੰ ਬਖਸ਼ ਦਿਓ। ਗੁਰੂ ਜੀ ਬੋਲੇ, ਤੇਰੀ ਤੀਵੀਂ ਨੇ ਸ੍ਰੀ ਅਮਰਦਾਸ ਜੀ ਦਾ ਘੋਰ ਨਿਰਾਦਰ ਕੀਤਾ ਹੈ, ਪਰ ਜਹ ਉਹ ਠੀਕ ਹੋ ਜਾਵੇਗੀ। ਫਿਰ ਗੁਰੂ ਜੀ ਮਿਹਰਾਂ ਦੇ ਘਰ ਵਿੱਚ ਆ ਗਏ ਅਤੇ ਸ੍ਰੀ ਅਮਰਦਾਸ ਜੀ ਨੂੰ ਆਖਿਆ, ਪੁਰਖਾ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਥਾਵਿਆਂ ਦੇ ਥਾਂ ਹੋ, ਨਿਓਟਿਆਂ ਦੀ ਓਟ ਹੋ, ਨਿਆਸਰਿਆਂ ਦੇ ਆਸਰੇ ਹੋ ਅਤੇ ਨਿਤਰਿਆਂ ਦੇ ਧਿਰ ਹੋ। ਤੁਸੀਂ ਧਨ ਹੋ। ਨਵਾਂ ਨਗਰ ਵਸਾਉਣਾ। ਕੁਝ ਚਿਰ ਪਿੱਛੋਂ ਗੁਰੂ ਅੰਗਦ ਦੇਵ ਜੀ ਨੇ ਬਿਆਸ ਦਰਿਆ ਕਿਨਾਰੇ ਇੱਕ ਨਗਰ ਵਸਾਉਣ ਲਈ ਆਗਿਆ ਕੀਤੀ, ਜਿੱਥੇ ਦਰਿਆ ਦੇ ਆਰ ਪਾਰ ਜਾਣ ਵਾਲਿਆਂ ਮੁਸਾਫਰਾਂ ਨੂੰ ਆਰਾਮ ਮਿਲ ਸਕੇ। ਦਰਿਆ ਕਿਨਾਰੇ ਮਰਵਾਹੇ ਖੱਤਰੀ ਗੋਇੰਦੇ ਦੀ ਬਹੁਤ ਸਾਰੀ ਭੌਂ ਸੀ, ਜਿੱਥੇ ਉਸਨੇ ਕਈ ਵਾਰ ਵਸਤੀ ਵਸਾਈ, ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਉੱਜੜ ਜਾਂਦੀ ਸੀ। ਗੋਇੰਦੇ ਨੇ ਗੁਰੂ ਜੀ ਦੇ ਹਜ਼ੂਰ ਬੇਨਤੀ ਕੀਤੀ ਕਿ ਉਸ ਦੀ ਭੌਂ ਉੱਤੇ ਵਸਤੀ ਵਸਾਉਣ ਦੀ ਕਿਰਪਾਲਤਾ ਕੀਤੀ ਜਾਵੇ। ਗੁਰੂ ਜੀ ਨੇ ਸ੍ਰੀ ਅਮਰਦਾਸ ਨੂੰ ਉਸ ਦੇ ਭਾ ਨਾਲ ਭੇਜਿਆ। ਨਗਰੀ ਵਸ ਪਈ, ਜਿਸ ਦਾ ਨਾਂ ਗੋਇੰਦਵਾਲ ਰੱਖਿਆ ਗਿਆ। ਗੋਇੰਦੇ ਨੇ ਸ੍ਰੀ ਅਮਰਦਾਸ ਦੇ ਕਹਿ ਰਹਿਣ ਲਈ ਮਕਾਨ ਵੀ ਬਣਵਾ ਦਿੱਤਾ। ਗੁਰੂ ਜੀ ਦੇ ਹੁਕਮ ਅਨੁਸਾਰ ਆਪ ਉੱਥੇ ਹੀ ਰਹਿਣ ਲੱਗ ਪਏ ਅਤੇ ਬਾਸਰਕੇ ਤੋਂ ਆਪਣਾ ਸਾਰਾ ਪਰਿਵਾਰ ਵੀ ਉੱਥੇ ਲੈ ਆਏ। ਗੋਇੰਦਵਾਲ ਰਹਿੰਦਿਆਂ ਵੀ ਆਪ ਜੀ ਦਾ ਇਹ ਨੇਮ ਬਣਿਆ ਰਿਹਾ ਕਿ ਦਰਿਆ ਤੋਂ ਪਾਣੀ ਦੀ ਗਾਗਰ ਲੈ ਅੰਮ੍ਰਿਤ ਵੇਲੇ ਖਡੂਰ ਸਾਹਿਬ ਪਹੁੰਚ ਗੁਰੂ ਜੀ ਨੂੰ ਇਸ਼ਨਾਨ ਕਰਾਉਣਾ, ਉਹਨਾਂ ਦੇ ਬਸਤਰ ਧੋਣੇ, ਲੰਗਰ ਵਿੱਚ ਸਾਰਾ ਦਿਨ ਸੇਵਾ ਕਰਨੀ ਅਤੇ ਸ਼ਾਮ ਨੂੰ ਵਾਪਸ ਗੋਇੰਦਵਾਲ ਪਹੁੰਚ ਜਾਣਾ। ਕੁਝ ਚਿਰ ਪਿੱਛੋਂ ਗੁਰੂ ਜੀ ਨੇ ਆਗਿਆ ਕੀਤੀ, ਹੁਣ ਤੁਸੀਂ ਗੋਇੰਦਵਾਲ ਹੀ ਟਿਕਿਆ ਕਰੋ, ਅਸੀਂ ਕਦੀ ਆਪ ਉੱਥੇ ਆ ਜਾਇਆ ਕਰਾਂਗੇ। ਆਗਿਆ ਪਾ ਸ੍ਰੀ ਅਮਰਦਾਸ ਜੀ ਗੋਇੰਦਵਾਲ ਹੀ ਟਿਕਣ ਲੱਗ ਪਏ। ਗੁਰਗੱਦੀ ਦੀ ਬਖਸ਼ਿਸ਼। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਾਣ ਲਿਆ ਕਿ
ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਹਨ। ਹੋਰ ਸਿੱਖ ਸੇਵਕ ਵੀ ਉਹਨਾਂ ਨੂੰ ਹੀ ਸਭ ਤੋਂ ਸਿਰ ਕੱਢ ਮੰਨਦੇ ਸਨ। ਪਰ ਗੁਰੂ ਜੀ ਦੇ ਦੋਵੇਂ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਆਪਣੇ ਆਪ ਨੂੰ ਗੁਰਗੱਦੀ ਦੇ ਹੱਕਦਾਰ ਸਮਝਦੇ ਸਨ। ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ, ਗੁਰਗੱਦੀ ਕੋਈ ਵਿਰਾਸਤ ਨਹੀਂ, ਕਰਤਾਰ ਦੀ ਬਖਸ਼ਿਸ਼ ਹੈ। ਜਿਸ ਨੂੰ ਉਹ ਇਸ ਦੇ ਯੋਗ ਕਰਦਾ ਹੈ ਉਸ ਨੂੰ ਹੀ ਮਿਲਦੀ ਹੈ। ਇਹ ਕੋਈ ਦੁਨਿਆਵੀ ਰੁਤਬਾ ਨਹੀਂ, ਜ਼ਿੰਮੇਵਾਰੀਆਂ ਦੀ ਬਹੁਤ ਵੱਡੀ ਪੰਡ ਹੈ। ਇਸ ਦੀ ਝਾਕ ਨਾ ਰੱਖੋ, ਪਰ ਉਹ ਨਾ ਸਮਝੇ। ਆਪਣੀ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆਣ ਪੁੱਜਾ ਜਾਣ ਗੁਰੂ ਜੀ ਨੇ 3 ਵਿਸਾਖ 1609 ਵਿਕਰਮੀ 29 ਮਾਰਚ 1552 ਈਸਵੀ ਨੂੰ ਸਾਰੀ ਸੰਗਤ ਦੇ ਸਾਹਮਣੇ 5 ਪੈਸੇ ਅਤੇ ਨਰੇਲ ਰੱਖ ਕੇ ਸ਼੍ਰੀ ਅਮਰਦਾਸ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਲਵਾਇਆ। ਗੁਰੂ ਜੀ ਦਾ ਹੁਕਮ ਪਾ ਸਾਰੀ ਸੰਗਤ ਨੇ ਵੀ ਮੱਥਾ ਟੇਕਿਆ, ਪਰ ਦਾਸੂ ਜੀ ਅਤੇ ਦਾਤੂ ਜੀ ਅਜਿਹਾ ਕਰਨ ਲਈ ਨਾ ਉੱਠੇ। ਗੁਰਬਾਣੀ ਗੁਰੂ ਜੀ ਨੇ 30 ਰਾਗਾਂ ਵਿੱਚ 907 ਸ਼ਬਦਾਂ ਦੇ ਤੇ ਸ਼ਲੋਕਾਂ ਦੀ ਰਚਨਾ ਕੀਤੀ। ਉਹਨਾਂ ਦੀ ਬਾਣੀ ਵਿੱਚ ਆਨੰਦ ਸਾਹਿਬ ਦੀ ਬਾਣੀ ਵੀ ਸ਼ਾਮਲ ਹੈ, ਜੋ ਹਰ ਖੁਸ਼ੀ ਜਾਂ ਗਮੀ ਦੇ ਮੌਕੇ ਤੇ ਗਾਈ ਜਾਂਦੀ ਹੈ। ਦਾਸੂ ਜੀ ਅਤੇ ਦਾਤੂ ਜੀ ਗੁਰੂ ਅੰਗਦ ਦੇਵ ਜੀ ਦਾ ਹੁਕਮ ਪਾ ਕੇ ਗੁਰੂ ਅਮਰਦਾਸ ਜੀ ਗੋਇੰਦਵਾਲ ਚਲੇ ਗਏ। ਇੱਧਰ ਭਾਈਚਾਰੇ ਅਤੇ ਕੁਝ ਹੋਰ ਲੋਕਾਂ ਨੇ ਦਾਸੂ ਜੀ ਨੂੰ ਗੁਰਿਆਈ ਦੀ ਪੱਗ ਬਣਾ ਦਿੱਤੀ। ਕੁਝ ਚਿਰ ਤਾਂ ਉਹ ਗੁਰੂ ਬਣ ਕੇ ਵਿਚਰਦੇ ਰਹੇ, ਪਰ ਅੰਤ ਨੂੰ ਉਹਨਾਂ ਦਾ ਸਿਰ ਫਿਰ ਗਿਆ। ਕਿਸੇ ਦਵਾਈ ਨਾਲ ਆਰਾਮ ਨਾ ਆਇਆ। ਮਾਤਾ ਖੀਵੀ ਜੀ ਨੇ ਸਮਝਾਇਆ ਕਿ ਗੁਰੂ ਪਿਤਾ ਦੀ ਹੁਕਮ ਅਦੁੱਲੀ ਕਾਰਨ ਅਜਿਹਾ ਹੋਇਆ ਹੈ। ਮਾਤਾ ਜੀ ਦੀ ਗੱਲ ਮੰਨ ਕੇ ਉਹ ਉਹਨਾਂ ਨਾਲ ਗੋਇੰਦਵਾਲ ਗਏ ਅਤੇ ਭੁੱਲ ਬਖਸ਼ਾਈ ਅਤੇ ਮੁੜ ਕਦੀ ਗੁਰਗੱਦੀ ਦਾ ਨਾਂ ਤੱਕ ਨਾ ਲਿਆ। ਦਾਸੂ ਜੀ ਤਾਂ ਸਮਝ ਗਏ, ਪਰ ਦਾਤੂ ਜੀ ਅਜੇ ਵੀ ਈਰਖਾ ਕਰਦੇ ਸਨ। ਗੁਰੂ ਅਮਰਦਾਸ ਜੀ ਦਾ ਦਿਨੋਂ ਦਿਨ ਵੱਧਦਾ ਪ੍ਰਤਾਪ ਸੁਣ ਕੇ ਉਹ ਇੱਕ ਦਿਨ ਗੋਇੰਦਵਾਲ ਜਾ ਪੁੱਜੇ। ਸ਼ਾਮ ਦਾ ਦੀਵਾਨ ਸਜਿਆ ਹੋਇਆ ਸੀ ਅਤੇ ਕੀਰਤਨ ਹੋ ਰਿਹਾ ਸੀ। ਸੰਗਤ ਮਗਨ ਬੈਠੀ ਸੀ ਅਤੇ ਗੁਰੂ ਜੀ ਵੀ ਸਮਾਧੀ ਲੀਨ ਸਨ। ਦਾਤੂ ਜੀ ਅੱਗੇ ਵਧੇ ਅਤੇ ਗੁਰੂ ਜੀ ਨੂੰ ਲੱਤ ਕੱਢ ਮਾਰੀ। ਗੁਰੂ ਜੀ ਸਿੰਘਾਸਨ ਤੋਂ ਡਿੱਗ ਪਏ। ਜਾਂ ਉੱਠੇ ਤਾਂ ਵੇਖਿਆ ਕਿ ਦਾਤੂ ਜੀ ਸਿੰਘਾਸਨ ਤੇ ਬੈਠੇ ਗੁੱਸੇ ਵਿੱਚ ਕੁਝ ਕਹਿ ਰਹੇ ਹਨ। ਗੁਰੂ ਜੀ ਉਸ ਦਾ ਪੈਰ ਫੜ ਕੇ ਕੁੱਟਣ ਲੱਗ ਪਏ ਅਤੇ ਬਚਨ ਕੀਤੇ, ਮੇਰੇ ਹੱਡ ਕਰੜੇ ਹਨ, ਆਪ ਦੇ ਸੋਹਲ ਪੈਰ ਨੂੰ ਸੱਟ ਲੱਗੀ ਹੋਵੇਗੀ, ਹੁਕਮ ਕਰੋ, ਆਪ ਕੀ ਚਾਹੁੰਦੇ ਹੋ। ਦਾਤੂ ਜੀ ਨੇ ਸਮਝਿਆ ਕਿ ਗੁਰੂ ਜੀ ਡਰ ਗਏ ਹਨ। ਉਹ ਕਰੜ ਕੇ ਬੋਲਿਆ, ਗੁਰਗੱਦੀ ਅਤੇ ਸੰਗਤਾਂ ਦਾ ਮਾਲਕ ਮੈਂ ਹਾਂ, ਤੁਸੀਂ ਸਾਡੇ ਘਰ ਦੇ ਚਾਕਰ ਹੋ, ਸਾਨੂੰ ਹੁਣ ਤੁਹਾਡੀ ਲੋੜ ਨਹੀਂ, ਤੁਸੀਂ ਚਲੇ ਜਾਓ। ਗੁਰੂ ਜੀ 7 ਬਚਨ ਕਹਿ ਕੇ ਉੱਥੋਂ ਚਲੇ ਗਏ। ਸੰਗਤ ਵੀ ਇੱਕ ਇੱਕ ਕਰਕੇ ਉੱਠ ਖਲੋਤੀ। ਸਿਰਫ ਨਾਲ ਆਏ ਹੀ 2-4 ਬੰਦੇ ਰਹਿ ਗਏ। ਅਗਲੇ ਦਿਨ ਵੀ ਦੀਵਾਨ ਲਾਇਆ, ਪਰ ਸੰਗਤਾਂ ਨਾ ਆਈਆਂ। ਕੁਝ ਦਿਨਾਂ ਮਗਰੋਂ ਗੁਰੂ ਜੀ ਦੇ ਘਰੋਂ ਲੰਗਰ ਅਤੇ ਦੀਵਾਨ ਦਾ ਸਮਾਨ ਖਚਰਾਂ ਤੇ ਲੱਦ ਕੇ ਲਿਜਾ ਰਹੇ ਸਨ ਕਿ ਰਾਹ ਵਿੱਚ ਡਾਕੂਆਂ ਨੇ ਲੁੱਟ ਲਿਆ ਅਤੇ ਪੈਰ ਤੇ ਵੀ ਡਾਢੀ ਸੱਟ ਮਾਰੀ, ਜਿਸ ਨਾਲ ਬਹੁਤ ਤਕਲੀਫ ਹੋਈ। ਬਾਸਰਕੇ ਵਿੱਚ ਦੀਵਾਨ ਤੋਂ ਉੱਠ ਗੁਰੂ ਜੀ ਬਾਸਰਕੇ ਚਲੇ ਗਏ ਅਤੇ ਇੱਕ ਕੋਠੇ ਵਿੱਚ ਵੜ ਕੇ ਭਜਨ ਕਰਨ ਲੱਗ ਪਏ। ਬਾਹਰ ਲਿਖ ਕੇ ਲਾ ਦਿੱਤਾ,
ਜੋ ਇਸ ਕਮਰੇ ਦਾ ਦਰਵਾਜ਼ਾ ਖੋਲ੍ਹੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ। ਇੱਧਰ ਸੰਗਤਾਂ ਬਹਿਬਲ ਹੋ ਰਹੀਆਂ ਸਨ। ਉਹਨਾਂ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਲੱਭਣ ਦਾ ਕੋਈ ਚਾਰਾ ਕਰਨ। ਉਹ ਸੰਗਤ ਦੀ ਗੱਲ ਮੰਨ ਕੇ ਗੋਇੰਦਵਾਲ ਪੁੱਜੇ। ਗੁਰੂ ਜੀ ਦੀ ਘੋੜੀ ਉੱਤੇ ਕਾਠੀ ਪਾਈ ਅਤੇ ਉਸਨੂੰ ਖੁੱਲ੍ਹੀ ਛੱਡ ਦਿੱਤਾ। ਆਪ ਸਭ ਉਸਦੇ ਮਗਰ ਮਗਰ ਤੁਰ ਪਏ। ਘੋੜੀ ਉਸ ਕੋਠੇ ਪਾਸ ਜਾ ਖਲੋਤੀ ਜਿੱਥੇ ਗੁਰੂ ਜੀ ਸਮਾਧੀ ਲੀਨ ਸਨ। ਬੂਹੇ ਉੱਤੇ ਲਿਖਿਆ ਵੇਖ ਸੰਗਤ ਉਦਾਸ ਹੋਈ, ਪਰ ਬਾਬਾ ਬੁੱਢਾ ਜੀ ਨੇ ਪੂਰਬ ਵੱਲ ਦੀ ਕੰਧ ਨੂੰ ਹੁਣ ਗੁਰਦੁਆਰਾ ਸੰਨ ਸਾਹਿਬ ਲਾਈ ਅਤੇ ਅੰਦਰ ਵੜ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਨਾਲ ਹੀ ਹੋਈ ਭੁੱਲ ਲਈ ਖਿਮਾ ਮੰਗੀ ਅਤੇ ਆਖਿਆ, ਆਪ ਜੀ ਦੇ ਹੁਕਮ ਦੀ ਅਵੱਗਿਆ ਨਹੀਂ ਕੀਤੀ। ਬੂਹਾ ਉਸੇ ਤਰ੍ਹਾਂ ਬੰਦ ਹੈ। ਗੁਰੂ ਜੀ ਹੱਸ ਪਏ ਅਤੇ ਬਾਬਾ ਜੀ ਦੇ ਪਿਆਰ, ਸਿਦਕ ਅਤੇ ਸਿਆਣਪ ਦੀ ਸਲਾਹਤ ਕੀਤੀ ਅਤੇ ਸੰਗਤ ਦੀ ਬੇਨਤੀ ਮੰਨ ਮੁੜ ਗੋਇੰਦਵਾਲ ਚਲੇ ਗਏ। ਸਮਾਜ ਸੁਧਾਰ ਲਈ ਵਿਸ਼ੇਸ਼ ਉਪਰਾਲੇ। ਧਾਰਮਿਕ ਸਿੱਖਿਆ ਦੇ ਨਾਲ ਸਮਾਜ ਸੁਧਾਰ ਦਾ ਕੰਮ ਜੋ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤਾ ਸੀ ਅਤੇ ਗੁਰੂ ਅੰਗਦ ਦੇਵ ਜੀ ਨੇ ਚਾਲੂ ਰੱਖਿਆ ਸੀ, ਗੁਰੂ ਅਮਰਦਾਸ ਜੀ ਨੇ ਵੀ ਉਸ ਵੱਲ ਉਚੇਚਾ ਧਿਆਨ ਦਿੱਤਾ, ਕਿਉਂਕਿ ਉਹਨਾਂ ਵੇਖਿਆ ਸੀ ਕਿ ਸਮਾਜ ਵਿੱਚ ਅਜੇ ਵੀ ਬਹੁਤ ਉਣਤਾਈਆਂ ਸਨ ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਸੀ। ਪਹਿਲਾ, ਜਾਤ ਪਾਤ, ਛੂਤ ਛਾਤ ਅਤੇ ਊਚ ਨੀਚ ਦੂਰ ਕਰਨ ਲਈ ਉਹਨਾਂ ਪਹਿਲਾਂ ਪੰਗਤ ਫਿਰ ਸੰਗਤ ਦਾ ਨੇਮ ਹੀ ਬਣਾ ਦਿੱਤਾ ਸੀ। ਇਸ ਬਾਰੇ ਜਦੋਂ ਅਕਬਰ ਬਾਦਸ਼ਾਹ ਨੂੰ ਦੱਸਿਆ ਗਿਆ ਤਾਂ ਉਸਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ। ਹਰੀਪੁਰ ਦੇ ਰਾਜੇ ਅਤੇ ਰਾਣੀਆਂ ਨੇ ਵੀ ਇਸ ਨੇਮ ਦੀ ਪਾਲਣਾ ਕੀਤੀ। ਅਕਬਰ ਬਾਦਸ਼ਾਹ ਤਾਂ ਲੰਗਰ ਛਕ ਕੇ ਅਤੇ ਗੁਰੂ ਜੀ ਦੇ ਬਚਨ ਸੁਣ ਕੇ ਇੰਨਾ ਖੁਸ਼ ਹੋਇਆ ਸੀ ਕਿ ਉਸਨੇ ਲੰਗਰ ਚਲਾਉਣ ਵਾਸਤੇ ਜਗੀਰ ਦੇਣੀ ਚਾਹੀ, ਪਰ ਗੁਰੂ ਜੀ ਨੇ ਆਖਿਆ, ਲੰਗਰ ਸੰਗਤ ਦੀ ਘਾਲ ਕਮਾਈ ਨਾਲ ਹੀ ਚੱਲਣਾ ਚਾਹੀਦਾ ਹੈ, ਕਿਉਂਕਿ ਇਹ ਵੰਡ ਛਕਣ, ਸੇਵਾ ਕਰਨ ਅਤੇ ਭਾਈਚਾਰਕ ਸਾਂਝ ਅਤੇ ਬਰਾਬਰੀ ਵਰਗੇ ਚੰਗੇ ਗੁਣ ਪੈਦਾ ਕਰਦਾ ਹੈ। ਇਹ ਵਿਚਾਰ ਸੁਣ ਕੇ ਬਾਦਸ਼ਾਹ ਹੋਰ ਵੀ ਖੁਸ਼ ਹੋਇਆ। ਦੂਜਾ, ਅੰਤਰਜਾਤੀ ਵਿਆਹ। ਪ੍ਰੇਮੇ ਨਾਂ ਦਾ ਕੁਸ਼ਤੀ ਜਦੋਂ ਨਾਮ ਸਿਮਰਨ ਦੁਆਰਾ ਠੱਕ ਹੋ ਗਿਆ ਅਤੇ ਮੁਰਾਰੀ ਵਰਗਾ ਸੁੰਦਰ ਹੋ ਗਿਆ ਤਾਂ ਗੁਰੂ ਜੀ ਨੇ ਇੱਕ ਦਿਨ ਦੀਵਾਨ ਵਿੱਚ ਕਿਹਾ ਕਿ ਕੋਈ ਸਿੱਖ ਉਸ ਨੂੰ ਆਪਣੀ ਧੀ ਦਾ ਰਿਸ਼ਤਾ ਦੇਵੇ ਤਾਂ ਸੀਹੇ ਉੱਪਲ ਨੇ ਆਪਣੀ ਧੀ ਦਾ ਉਸ ਨਾਲ ਵਿਆਹ ਕਰ ਦਿੱਤਾ। ਗੁਰੂ ਜੀ ਨੇ ਆਪਣੀ ਸਪੁੱਤਰੀ ਦੇ ਵਿਆਹ ਕਰਦੇ ਸਮੇਂ ਵੀ ਸਧਾਰਨ ਘਰਾਂ ਦੇ ਲੜਕੇ ਹੀ ਲੱਭੇ ਸਨ। ਕਿਸੇ ਜਾਤ ਬਰਾਦਰੀ ਬਾਰੇ ਕੋਈ ਪੁੱਛ ਪੜਤਾਲ ਨਹੀਂ ਸੀ ਕੀਤੀ। ਤੀਜਾ, ਸਤੀ ਪ੍ਰਥਾ। ਗੁਰੂ ਜੀ ਨੇ ਸਤੀ ਪ੍ਰਥਾ ਦਾ ਇਹ ਆਖ ਕੇ ਖੰਡਨ ਕੀਤਾ, ਸਤੀਆ ਇਹ ਨਾ ਆਖੀਐਨ ਜੋ ਮੜਿਆ ਲਗ ਜਲਨ, ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨ। ਮਹੱਲਾ ਤੀਜਾ। ਭੀ ਸੋ ਸਤੀਆ ਜਾਣੀਐਨ ਸੀਲ ਸੰਤੋਖ ਰਹਨ, ਸੇਵਨ ਸਾਈ ਆਪਣਾ ਨਿਤ ਉਠ ਸਮਾਲਨ। ਮਹੱਲਾ ਤੀਜਾ। ਕੰਤਾ ਨਾਲ ਮਹੇਲੀਆਂ ਛੇਤੀ ਅੱਗ ਜਲਾਹੇ, ਜੇ ਜਾਣ ਹੈ ਪਿਰ ਆਪਣਾ ਤਾਂ ਤਨ ਦੁਖ ਸਹਾਏ। ਨਾਨਕ ਕੰਤ ਨਾ ਜਾਣਨੀ ਸੇ ਕਿਉ ਅੱਗ ਜਲਾਹੇ, ਭਾਵੈ ਜੀਵੋ ਕੈ ਮਰੋ ਦੁਰਹੋ ਹੀ ਭਜ ਜਾਹੇ। ਚੌਥਾ, ਇਸਤਰੀ ਜਾਤੀ ਵਿੱਚ ਪਰਦੇ ਘੁੰਡ ਦੀ ਰਸਮ ਦੂਰ ਕੀਤੀ ਅਤੇ ਇਸ ਮਰਦ ਬਰਾਬਰੀ ਦਾ ਉਪਦੇਸ਼ ਦਿੱਤਾ। ਪੰਜਵਾਂ, ਮ੍ਰਿਤਕ ਸੰਸਕਾਰ। ਬੰਦੇ ਦੀ ਮੌਤ ਪਿੱਛੋਂ ਕਈ ਭੈੜੀਆਂ ਰਸਮਾਂ ਦਾ ਰਿਵਾਜ ਸੀ ਜੋ ਆਪ ਜੀ ਨੇ ਬੰਦ ਕਰਵਾਇਆ ਅਤੇ
ਮ੍ਰਿਤਕ ਸੰਸਕਾਰ ਬਾਰੇ ਗੁਰਮਰਿਆਦਾ ਕਾਇਮ ਕੀਤੀ। 6ਵਾਂ ਗੁਰੂ ਜੀ ਨੇ ਵਿਧਵਾ ਵਿਆਹ ਨੂੰ ਉਤਸ਼ਾਹਿਤ ਕੀਤਾ। ਗੁਰੂ ਜੀ ਦੁਆਰਾ ਕੀਤੇ ਵਿਸ਼ੇਸ਼ ਕਾਰਜ। ਪਹਿਲਾ ਸਿੱਖੀ ਪ੍ਰਚਾਰ। ਗੁਰੂ ਨਾਨਕ ਦੇਵ ਜੀ ਜਿੱਥੇ ਜਾਂਦੇ ਸੰਗਤ ਕਾਇਮ ਕਰਦੇ, ਧਰਮਸ਼ਾਲ ਬਣਾਉਂਦੇ ਅਤੇ ਸਿੱਖੀ ਦੇ ਪ੍ਰਚਾਰ ਲਈ ਇੱਕ ਮੁਖੀ ਸਿੱਖ ਦੀ ਜ਼ਿੰਮੇਵਾਰੀ ਲਾਉਂਦੇ ਸਨ। ਗੁਰੂ ਅੰਗਦ ਦੇਵ ਜੀ ਨੇ ਵੀ ਕਈ ਸਿੱਖਾਂ ਨੂੰ ਸਿੱਖੀ ਪ੍ਰਚਾਰ ਦੇ ਕੰਮ ਵਿੱਚ ਲਾ ਰੱਖਿਆ ਸੀ। ਗੁਰੂ ਅਮਰਦਾਸ ਜੀ ਨੇ ਇਸ ਕੰਮ ਨੂੰ ਵਿਸ਼ਾਲ ਰੂਪ ਵਿੱਚ ਜਥੇਬੰਦ ਕੀਤਾ ਅਤੇ ਗੁਰਸਿੱਖੀ ਦੇ ਸਾਰੇ ਖੇਤਰ ਨੂੰ 22 ਹਿੱਸਿਆਂ ਵਿੱਚ ਵੰਡਿਆ। ਹਰ ਹਿੱਸੇ ਦਾ ਇੱਕ ਕੇਂਦਰ ਚੁਣਿਆ, ਜਿਸ ਨੂੰ ਮੰਜੀ ਪ੍ਰਚਾਰ ਕੇਂਦਰ ਦਾ ਨਾਂ ਦਿੱਤਾ ਅਤੇ ਹਰ ਮੰਜੀ ਲਈ ਇੱਕ ਮੁਖੀ ਥਾਪਿਆ। ਮੁਖੀਆਂ ਦੇ ਨਾਂ ਹਨ: ਪਹਿਲਾ ਅੱਲਾ ਯਾਰ ਖਾਂ ਜੀ, ਦੂਜਾ ਸਾਵਣ ਮੱਲ ਜੀ, ਤੀਜਾ ਸੱਚਣ ਸੱਚ ਜੀ, ਚੌਥਾ ਸਾਧਾਰਨ ਜੀ, ਪੰਜਵਾਂ ਸੁਖਣ ਜੀ, ਛੇਵਾਂ ਹੰਧਾਲ ਜੀ, ਸੱਤਵਾਂ ਕੇਦਾਰੀ ਜੀ, ਅੱਠਵਾਂ ਖੇੜਾ ਜੀ, ਨੌਵਾਂ ਗੰਗੂ ਸਾਹ ਜੀ, 10ਵਾਂ ਦਰਬਾਰੀ ਜੀ, 11ਵਾਂ ਪਾਰੋ ਜੀ, 12ਵਾਂ ਫੇਰਾ ਜੀ, 13ਵਾਂ ਬੂਆ ਜੀ, 14ਵਾਂ ਬੇਣੀ ਜੀ, 15ਵਾਂ ਮਹੇਸਾ ਜੀ, 16ਵਾਂ ਮਾਈ ਦਾਸ ਜੀ, 17ਵਾਂ ਮਾਨਕ ਚੰਦ ਜੀ, 18ਵਾਂ ਮੁਰਾਰੀ ਜੀ, 19ਵਾਂ ਰਾਜਾ ਰਾਮ ਜੀ, 20ਵਾਂ ਰੰਗ ਸ਼ਾਹ ਜੀ, 21ਵਾਂ ਰੰਗਦਾਸ ਜੀ, 22ਵਾਂ ਲਾਲੋ ਜੀ। ਉਦਾਸੀ ਦੇ ਕੰਮ। ਪਹਿਲਾ ਗੁਰੂ ਅੰਗਦ ਦੇਵ ਜੀ ਦੀ ਆਗਿਆ ਅਨੁਸਾਰ ਗੋਇੰਦਵਾਲ ਨਗਰ ਵਸਾਇਆ, ਜਿਸ ਦੀ ਆਪ ਜੀ ਦੇ ਜੀਵਨ ਕਾਲ ਵਿੱਚ ਬਹੁਤ ਤਰੱਕੀ ਹੋਈ। ਇੱਥੇ ਹੀ ਆਪ ਜੀ ਨੇ ਇੱਕ ਬਾਉਲੀ ਬਣਵਾਈ ਤਾਂ ਜੋ ਪਾਣੀ ਦੀਆਂ ਸਭ ਲੋੜਾਂ ਪੂਰੀਆਂ ਹੋ ਸਕਣ। ਇਹ ਕਾਫੀ ਵੱਡਾ ਕੰਮ ਸੀ, ਜਿਸ ਨੂੰ ਪੂਰਾ ਕਰਨ ਲਈ 5 ਸਾਲ ਦਾ ਸਮਾਂ ਲੱਗਾ। ਦੂਜਾ ਸਿੱਖੀ ਦਾ ਮਹਾਨ ਕੇਂਦਰ ਸਥਾਪਿਤ ਕਰਨ ਲਈ ਆਪ ਜੀ ਨੇ ਸ਼੍ਰੀ ਰਾਮਦਾਸ ਜੀ ਨੂੰ ਅੰਮ੍ਰਿਤਸਰ ਭੇਜਿਆ। ਇਸ ਨਗਰ ਦੀ ਨੀਂਹ ਸੰਨ 1574 ਈਸਵੀ ਸੰਮਤ 1631 ਬਿਕਰਮੀ ਵਿੱਚ ਰੱਖੀ ਗਈ। ਤੀਜਾ ਕਈ ਧਰਮਸ਼ਾਲਾ ਬਣਵਾਈਆਂ। ਗੁਰਗੱਦੀ ਦੀ ਬਖਸ਼ਿਸ਼ ਅਤੇ ਸੱਚਖੰਡ ਵਾਪਸੀ। ਆਪਣੇ ਦੋਵਾਂ ਸੁਪੁੱਤਰਾਂ, ਦੋਵਾਂ ਜਵਾਈਆਂ ਅਤੇ ਬਾਕੀ ਸਿਰ ਕੱਢ ਸਿੱਖਾਂ ਵਿੱਚੋਂ ਆਪ ਜੀ ਸ਼੍ਰੀ ਰਾਮਦਾਸ ਜੀ ਨੂੰ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਭ ਤੋਂ ਵਧੇਰੇ ਯੋਗ ਸਮਝਦੇ ਸਨ। ਆਪਣਾ ਅੰਤ ਸਮਾਂ ਆਣ ਪੁੱਜਾ ਜਾਣ ਮਿਤੀ 2 ਅੱਸੂ 1631 ਬਿਕਰਮੀ 11 ਸਤੰਬਰ 1574 ਈਸਵੀ ਨੂੰ ਸ਼੍ਰੀ ਰਾਮਦਾਸ ਜੀ ਅੱਗੇ 5 ਪੈਸੇ ਅਤੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਤੋਂ ਤਿਲਕ ਲਵਾਇਆ। ਪਿੱਛੋਂ ਉਸੇ ਦਿਨ ਹੀ ਆਪ ਜੋਤੀ ਜੋਤ ਸਮਾ ਗਏ। ਸਮਕਾਲੀਨ ਹੁਕਮਰਾਨ ਇਸਲਾਮ ਸ਼ਾਹ 1545 ਤੋਂ 1553 ਈਸਵੀ, ਅਕਬਰ 1556 ਤੋਂ 1605 ਈਸਵੀ। ਕਿਤਾਬ 10 ਪਾਤਸ਼ਾਹੀਆਂ, ਜੀਵਨ ਕਾਰਜ ਤੇ ਉਪਦੇਸ਼। ਆਵਾਜ਼ ਰਣਜੀਤ ਸਿੰਘ ਗੁਰਾਇਆ। ਕਿਤਾਬ ਦਾ ਪੂਰਾ ਭਾਗ ਸਰਵਣ ਕਰਨ ਲਈ ਮੇਰੇ YouTube ਚੈਨਲ ਰਣਜੀਤ ਸਿੰਘ ਆਡੀਓ ਬੁੱਕ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।